Welcome everyone to this series of weekly current affairs of the DD Academy। ਇਸ ਵੀਡੀਓ ਦੇ ਵਿੱਚ ਆਪਾਂ 14 ਨਵੰਬਰ ਤੋਂ 20 ਨਵੰਬਰ ਤੱਕ ਜਿੰਨੇ ਵੀ ਕਰੰਟ ਅਫੇਅਰਸ ਆਪਣੇ ਪੇਪਰ ਰਿਲੇਟਡ ਇੰਪੋਰਟੈਂਟ ਰਹੇ ਨੇ ਉਹਨਾਂ ਦੇ ਬਾਰੇ ਗੱਲ ਕਰਾਂਗੇ ਆਪਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ ਹੀ। ਪੰਜਾਬ ਗਵਰਨਮੈਂਟ ਨੇ ਪੰਜਾਬ ਦੇ ਵਿੱਚ ਪਬਲਿਕਲੀ ਫਾਇਰ ਆਰਮਸ ਜਾਂ ਹਥਿਆਰ ਕਹਿ ਲਈਏ ਪੰਜਾਬੀ ਦੇ ਵਿੱਚ ਉਹਨਾਂ ਨੂੰ ਸ਼ੋਅ ਆਫ ਕਰਨਾ ਜਾਂ ਸੋਸ਼ਲ ਮੀਡੀਆ ਉੱਪਰ ਉਹਨਾਂ ਦੀ ਕੋਈ ਪੋਸਟ ਵਗੈਰਾ ਪਾਉਣੀ, ਜਾਣੀ ਕਿ ਪਿਕਸ ਵਗੈਰਾ ਲਾਉਣੀਆਂ, DP ਵਗੈਰਾ ਹੋ ਗਈ, ਕੋਈ ਪੋਸਟ ਕਰਨੀ ਜਾਂ ਸੌਂਗਸ ਦੇ ਵਿੱਚ ਗਨ ਕਲਚਰ ਨੂੰ ਪ੍ਰਮੋਟ ਕਰਨਾ, ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਦੇ ਉੱਪਰ ਪਾਬੰਦੀ ਲਾ ਦਿੱਤੀ ਗਈ ਹੈ। ਅਗਰ ਇੱਦਾਂ ਦਾ ਕੁਝ ਵੀ ਹੁੰਦਾ ਹੈ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅਤੇ ਜਿੰਨੇ ਵੀ ਲਾਇਸੈਂਸ ਨੇ ਜੋ ਉਹ ਅਲਾਓ ਕੀਤੇ ਗਏ ਨੇ ਜਾਂ ਜਿੰਨੇ ਹੁਣ ਤੱਕ ਬਣੇ ਹੋਏ ਨੇ, ਆਉਣ ਵਾਲੇ 3 ਮਹੀਨਿਆਂ ਦੇ ਵਿੱਚ ਉਹਨਾਂ ਸਾਰੇ ਲਾਇਸੈਂਸਾਂ ਦੀ ਪੈਰਵਾਈ ਕੀਤੀ ਜਾਏਗੀ ਜਾਂ ਉਹਨਾਂ ਦੀ ਸ਼ਨਾਖਤ ਕੀਤੀ ਜਾਏਗੀ ਕਿਸ ਦੇ ਲਈ ਜ਼ਰੂਰੀ ਹੈ, ਕਿਸ ਦੇ ਲਈ ਨਹੀਂ। ਜਿਸ ਲਈ ਜ਼ਰੂਰੀ ਨਹੀਂ ਹੋਣਗੇ ਉਹਨਾਂ ਲਾਇਸੈਂਸਾਂ ਨੂੰ ਰੱਦ ਕੀਤਾ ਜਾਏਗਾ। ਸੋ ਇਹ ਪੰਜਾਬ ਗਵਰਨਮੈਂਟ ਨੇ ਇੱਕ ਵੱਡਾ ਸਟੈਪ ਇੱਥੇ ਜੋ ਗੈਂਗਸਟਰਵਾਦ ਹੋ ਰਿਹਾ ਉਸ ਨੂੰ ਰੋਕਣ ਦੇ ਲਈ ਵੱਡਾ ਸਟੈਪ ਪੰਜਾਬ ਗਵਰਨਮੈਂਟ ਨੇ ਇੱਥੇ ਪੁੱਟ ਕੀਤਾ ਹੈ। ਨੈਕਸਟ ਦੇਖੀਏ ਤਾਂ ਪੰਜਾਬ ਗਵਰਨਮੈਂਟ ने ऑन एक कर दिता है अपना ਜਾਂ ਕਹਿ ਦਈਏ ਇੱਕ ਅਪਰੂਵਲ ਇੱਥੇ ਪੰਜਾਬ ਗਵਰਨਮੈਂਟ ਦੇ ਰਹੀ ਹੈ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਹੈ, ਉਹ ਇੰਸ਼ੋਰੈਂਸ ਸਕੀਮ ਹੈ, ਪੰਜਾਬ ਉਸ ਨੂੰ ਹੁਣ ਅਪਣਾਏਗਾ। ਪ੍ਰੀਵੀਅਸ ਗਵਰਨਮੈਂਟ ਨੇ ਇਸ ਚੀਜ਼ ਨੂੰ ਅਪਣਾਇਆ ਨਹੀਂ ਸੀ, ਬਟ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਜੋ ਇੰਸ਼ੋਰੈਂਸ ਦੀ ਸਕੀਮ ਹੈ ਉਸ ਨੂੰ ਹੁਣ ਪੰਜਾਬ ਹੈ ਜੋ ਪੰਜਾਬ ਸਟੇਟ ਹੈ ਉਹ ਅਪਣਾਏਗੀ। ਇਸ ਦੇ ਵਿੱਚ ਹੋਏਗਾ ਕਿ ਇਸ ਦੇ ਵਿੱਚ ਜਿੰਨੇ ਵੀ ਕਿਸਾਨ ਨੇਗੇ ਜੋ ਵੀ ਇਸ ਇੰਸ਼ੋਰੈਂਸ ਯੋਜਨਾ ਦਾ ਫਾਇਦਾ ਲੈਣਾ ਚਾਹੁੰਦੇ ਨੇਗੇ, ਉਹਦੇ ਵਿੱਚ ਹੋਏਗਾ ਕਿ ਉਹਨਾਂ ਨੂੰ ਜੋ ਰੱਬੀ ਦੀ ਕ੍ਰੌਪ ਹੁੰਦੀ ਹੈ ਜਿਹਨੂੰ ਆਪਾਂ ਹਾੜੀ ਦੀ ਕਹਿ ਦਿੰਦੇ ਹਾਂ, ਉਹਦੇ ਟੋਟਲ ਫਸਲ ਦੇ ਵਿੱਚੋਂ 1.5% ਹੈ ਜੋ ਉਹ ਪੇ ਕਰੇਗਾ ਅਤੇ ਖਰੀਫ ਜਾਂ ਸਾਉਣੀ ਦੀ ਜੋ ਹੋਗੀ ਉਹਦੇ ਵਿੱਚੋਂ 2% ਹੈ ਜੋ ਉਹ ਐਜ਼ ਅ ਇੰਸ਼ੋਰੈਂਸ ਪੇ ਕਰ ਦੇਗਾ। ਅਤੇ ਕਿਤੇ ਵੀ ਅਗਰ ਕਦੇ ਹੁੰਦਾ ਤਾਂ ਕਿ ਉਹਨਾਂ ਦੀ ਫਸਲ ਹੈ ਜਿਹੜੀ ਉਹ ਉਹਦੇ ਨਾਲ ਲੋਸ ਦੇ ਵਿੱਚ ਹੋ ਗਈ, ਕੋਈ ਆਫਤ ਆ ਗਈ ਜਾਂ ਕੋਈ ਰੇਨ ਵਗੈਰਾ ਜ਼ਿਆਦਾ ਪੈ ਗਈ ਜਿਹਦੇ ਨਾਲ ਫਸਲ ਖਰਾਬ ਹੋ ਗਈ, ਤਾਂ ਉਹਨਾਂ ਨੂੰ ਉਸ ਚੀਜ਼ ਦਾ ਕੰਪਨਸੇਸ਼ਨ ਹੈ ਜੋ ਉਹ ਮਿਲ ਜਾਏਗਾ। ਸੋ ਇੱਕ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਇੰਸ਼ੋਰੈਂਸ ਸਕੀਮ ਹੈ, ਇਹ ਇਸ ਦੇ ਤਹਿਤ ਆ ਜਾਂਦੀ ਹੈ ਅਤੇ ਪੰਜਾਬ ਸਰਕਾਰ ਹੈ ਜੋ ਇਸ ਨੂੰ ਅਪਰੂਵ ਕਰ ਰਹੀ ਹੈ ਅਤੇ ਇਹਨੂੰ ਅਪਣਾਏਗੀ ਹੁਣ। ਨੈਕਸਟ ਗੱਲ ਕਰੀਏ ਜੋ ਆਪਾਂ ਕਹਿ ਰਹੇ ਸੀ ਕਿ ਕੇਰਲਾ ਗਵਰਨਮੈਂਟ ਹੈ ਉਹ ਪੰਜਾਬ ਦਾ ਮਾਡਲ ਅਪਣਾਉਣਾ ਚਾਹੁੰਦੀ ਹੈ ਸਟੇਬਲ ਆਪਣਾ ਜਿਹੜੀ ਇਸ ਦੀ ਆਪਾਂ ਪ੍ਰਬੰਧ ਕਰਦੇ ਹਾਂ ਇਸ ਨੂੰ ਸਾਂਭਣ ਦਾ। ਇਹਦੇ ਵਿੱਚ ਹੁਣ ਪੰਜਾਬ ਸਟੇਟ ਹੈ ਜੋ ਕੇਰਲਾ ਨੂੰ ਡਰਾਈ ਫੋਡਰ ਹੈ ਉਹ ਸਪਲਾਈ ਕਰੇਗਾ, ਜਾਣੀ ਕਿ ਆਪਾਂ ਕਹਿ ਲਈਏ ਕਿ ਜੋ ਪਰਾਲੀ ਹੈ, ਸੁੱਕੀ ਹੋਈ ਪਰਾਲੀ ਹੈ, ਐਜ਼ ਅ ਚਾਰਾ ਕੇਰਲਾ ਜੋ ਸਟੇਟ ਆ ਉਹਨੂੰ ਯੂਜ਼ ਕਰੇਗੀ ਆਪਣੇ ਪਸ਼ੂਆਂ ਦੇ ਲਈ ਅਤੇ ਪੰਜਾਬ ਗਵਰਨਮੈਂਟ ਉਸ ਨੂੰ ਇਹ ਚੀਜ਼ ਪ੍ਰੋਵਾਈਡ ਕਰਵਾਏਗੀ। ਬਿਕੋਜ਼ ਆਪਣੇ ਲਈ ਪਰਾਲੀ ਦਾ ਕਾਫੀ ਜ਼ਿਆਦਾ ਰੌਲਾ ਪਹਿਲਾਂ ਹੀ ਪੈ ਰਿਹਾ ਅਤੇ ਹੁਣ ਕੇਰਲਾ ਸਰਕਾਰ ਹੈ ਜੋ ਪੰਜਾਬ ਤੋਂ ਪਰਾਲੀ ਲਏਗੀ ਅਤੇ ਉਹਨੂੰ ਐਜ਼ ਅ ਸੁੱਕਾ ਚਾਰਾ ਉਹ ਆਪਣੇ ਪਸ਼ੂਆਂ ਦੇ ਲਈ ਵਰਤੇਗੀ। ਨੈਕਸਟ ਜੀ ਇੱਕ ਵੈਂਚਰ ਹਰੀਕੇ ਪੱਤਣ 'ਤੇ ਸਟਾਰਟ ਕੀਤਾ ਗਿਆ ਸੀਗਾ, ਜਾਂ ਇਹਨੂੰ ਕਹਿ ਲਈਏ ਕਿ ਹਰੀਕੇ ਵੈਟਲੈਂਡ ਐਂਡ ਬਿਆਸ ਕੰਜ਼ਰਵੇਸ਼ਨ ਰਿਜ਼ਰਵ। ਇੱਥੇ ਇੱਕ ਵੈਂਚਰ ਹੈ ਜੋ ਉਹ ਸਟਾਰਟ ਕੀਤਾ ਗਿਆ ਜਿਸ ਦੇ ਵਿੱਚ ਆਲੇ ਦੁਆਲੇ ਦੇ ਲੋਕਾਂ ਨੂੰ ਪਾਣੀ ਕੰਜ਼ਰਵੇਸ਼ਨ ਬਾਰੇ ਦੱਸਣਾ ਜਾਂ ਅਵੇਅਰਨੈਸ ਫੈਲਾਉਣੀ ਆਪਣੇ ਪਾਣੀ ਨੂੰ ਕੰਜ਼ਰਵ ਕਰਨ ਦੇ ਲਈ ਜਾਂ ਪਾਣੀ ਦੇ ਬਾਰੇ ਦੇ ਵਿੱਚ। ਸੋ ਇਹ ਇੱਕ ਹਰੀਕੇ ਪੱਤਣ 'ਤੇ ਸਟਾਰਟ ਕੀਤਾ ਗਿਆ ਸੀ, ਅਵੇਅਰਨੈਸ ਦੇ ਲਈ ਇਹ ਵੈਂਚਰ ਹਰੀਕੇ ਪੱਤਣ 'ਤੇ ਸਟਾਰਟ ਕੀਤਾ ਗਿਆ ਸੀ। ਇਹ ਔਰਗਨਾਈਜ਼ ਕਿਸ ਦੁਆਰਾ ਕੀਤਾ ਗਿਆ? WWF ਜੋ ਵਰਲਡ ਵਾਈਡ ਫੰਡ ਹੈ, ਜਿਸ ਦੇ ਨੇਚਰ ਦੇ ਲਈ ਜੋ ਵਰਲਡ ਵਾਈਡ ਫੰਡ ਆ ਉਹਦੇ ਵੱਲੋਂ ਇਹ ਔਰਗਨਾਈਜ਼ ਕੀਤਾ ਗਿਆ ਅਤੇ ਕੋਲੈਬੋਰੇਸ਼ਨ ਨਾਲ ਚੱਲਿਆ ਇਹ। ਨਾਲ ਹੋਰ ਜਿਹੜੇ ਡਿਪਾਰਟਮੈਂਟ ਰਹੇ ਨੇ, ਫਿਰੋਜ਼ਪੁਰ ਵਾਈਲਡ ਲਾਈਫ ਡਿਵੀਜ਼ਨ ਐਂਡ ਡਿਪਾਰਟਮੈਂਟ ਆਫ ਫੋਰੈਸਟਸ ਐਂਡ ਵਾਈਲਡ ਲਾਈਫ ਪ੍ਰਜ਼ਰਵੇਸ਼ਨ, ਪੰਜਾਬ ਐਂਡ ਕ੍ਰਿਸ਼ੀ ਵਿਗਿਆਨ ਕੇਂਦਰ ਤਰਨਤਾਰਨ, ਇਹਨਾਂ ਦੁਆਰਾ ਇਹ ਕੋਲੈਬੋਰੇਸ਼ਨ ਦੇ ਨਾਲ ਔਰਗਨਾਈਜ਼ ਕੀਤਾ ਗਿਆ। ਸੋ ਇੱਥੇ ਵੱਡਾ ਨਾਮ ਹੈ ਜੋ ਵਰਲਡ ਵਾਈਡ ਫੰਡ ਫॉर ਨੇਚਰ, ਇੱਥੇ ਉਹ ਆ ਜਾਂਦਾ, ਇਸੇ ਦੇ ਲਈ ਆਪਣੇ ਇਹ ਕਰੰਟ ਅਫੇਅਰ ਦਾ ਵਿਸ਼ਾ ਬਣ ਗਿਆ। G20 ਹਾਂਜੀ ਜੋ ਸੰਮੇਲਨ ਹੋ ਰਿਹਾ ਸੀ ਉਹਦੀ ਪ੍ਰੈਜ਼ੀਡੈਂਸੀ ਹੁਣ ਇੰਡੀਆ ਦੇ ਵੱਲ ਆ ਰਹੀ ਹੈ ਅਤੇ ਓਫੀਸ਼ੀਅਲੀ ਇੰਡੀਆ ਦਸੰਬਰ 1 ਦੇ ਵਿੱਚ ਇਹਨੂੰ
ਜੋ ਚਾਰਜ ਹੈ ਇਸਦਾ ਉਹ ਸੰਭਾਲ ਲਏਗਾ, ਜੋ ਵੀ ਇਹਨਾਂ ਦਾ ਕੰਮਕਾਜ ਹੋਏਗਾ ਉਸ ਦੇ ਰਿਗਾਰਡਿੰਗ। ਅਤੇ ਓਫੀਸ਼ਲੀ ਇੰਡੀਆ ਨੂੰ ਇਹ ਪ੍ਰੈਜ਼ੀਡੈਂਸੀ ਹੁਣ ਦੇ ਦਿੱਤੀ ਗਈ ਹੈ। ਅਤੇ ਇਹਦੇ ਵਿੱਚ ਜੋ ਇੰਡੀਆ ਨੇ ਥੀਮ ਲਾਂਚ ਕੀਤੀ ਹੈ ਉਹ ਇਹ ਹੈ ਕਿ ਵਸੂਧੈਵਾ ਕੁਟੰਬਕਮ, ਜਿਸ ਦਾ ਮਤਲਬ ਹੈ ਵਨ ਅਰਥ, ਵਨ ਫੈਮਿਲੀ ਅਤੇ ਵਨ ਫਿਊਚਰ, ਇੱਕ ਧਰਤੀ, ਇੱਕ ਪਰਿਵਾਰ ਅਤੇ ਇੱਕ ਭਵਿੱਖ। ਇਹ ਜੋ ਥੀਮ ਦੇ ਨਾਲ ਹੈ ਇੰਡੀਆ ਇਸ ਨੂੰ ਪ੍ਰਮੋਟ ਕਰੇਗਾ। ਨੈਕਸਟ ਜੀ WPI ਹੈ ਜੋ 8.39% ਤੋਂ ਇਨਫਲੇਸ਼ਨ ਹੈ ਜਿਹਦੀ ਘਟ ਕੇ 6.77 ਅਕਤੂਬਰ ਦੇ ਵਿੱਚ ਹੋ ਚੁੱਕੀ ਹੈ। WPI ਕੀ ਹੁੰਦਾ ਹੈਗਾ? ਹੋਲਸੇਲ ਪ੍ਰਾਈਜ਼ ਇੰਡੈਕਸ। ਇਹਦੇ ਵਿੱਚ ਜੋ ਹੋਲਸੇਲ ਦੇ ਵਿੱਚ ਪ੍ਰਾਈਜ਼ ਹੁੰਦੇ, ਇੱਕ CPI ਹੁੰਦਾ, ਕੰਜ਼ਿਊਮਰ ਪ੍ਰਾਈਜ਼ ਇੰਡੈਕਸ ਹੁੰਦਾ, ਇੱਕ WPI ਹੁੰਦਾ। ਦੋ ਤਰ੍ਹਾਂ ਦੇ ਪਾਏ ਜਾਂਦੇ। ਜਿਨ੍ਹਾਂ ਨੇ ਇਕਨੋਮਿਕਸ ਦੇ ਸਟੂਡੈਂਟ ਹੈ ਜਾਂ ਜਿਹਨਾਂ ਨੂੰ ਇਕਨੋਮਿਕਸ ਪਸੰਦ ਆ ਉਹਨੂੰ ਇਹ ਜ਼ਿਆਦਾ ਧਿਆਨ ਦੇ ਨਾਲ ਜਾਣਦੇ ਹੋਣਗੇ ਅਤੇ ਕਿ WPI CPI ਕੀ ਹੁੰਦੇ ਨੇ। ਬੇਸਿਕਲੀ ਜੋ ਇਹ ਲਗਾਤਾਰ WPI ਜਾਂ ਇਨਫਲੇਸ਼ਨ ਦੇ ਫਾਲ ਹੋਣ ਦੇ ਆਪਾਂ ਨੂੰ ਗੱਲਾਂ ਪਤਾ ਲੱਗ ਰਹੀਆਂ ਨੇ, ਜਾਂ RBI ਟਰਮਸ ਦੇ ਵਾਰ-ਵਾਰ ਆਪਾਂ ਨੂੰ ਸੁਚੇਤ ਕਰਾ ਰਹੀ ਹੈ। ਬੇਸਿਕਲੀ ਹੁਣ ਆਪਾਂ ਨੂੰ ਪਤਾ ਲੱਗ ਰਿਹਾ ਅਕਤੂਬਰ ਦੇ ਰਿਜ਼ਲਟਸ ਆ ਰਹੇ ਨੇ ਕਿ ਜੋ ਪੈਸਾ ਉਹ ਪਹਿਲਾਂ ਤੋਂ ਹੀ ਡਾਊਨ ਜਾ ਰਿਹਾ ਸੀ ਅਤੇ ਡਾਲਰ ਸਟਰੋਂਗ ਹੋ ਰਿਹਾ, ਤਾਂ ਆਪਾਂ ਰਿਸੈਸ਼ਨ ਦੇ ਵੱਲ ਜਾ ਰਹੇ ਹਾਂ। ਰਿਸੈਸ਼ਨ ਹੁੰਦੀ ਹੈ ਮੰਦੀ। ਸੋ ਉਸੇ ਦੇ ਵੱਲ ਇਹ ਸਾਰੇ ਸੰਕੇਤ ਨੇ ਜੋ ਦਿਖਾ ਰਹੇ ਨੇ ਕਿ ਇਕੋਨਮੀਜ਼ ਸਾਰੀਆਂ ਸੰਸਾਰ ਦੀਆਂ ਮੰਦੀ ਦੇ ਵੱਲ ਜਾ ਰਹੀਆਂ ਨੇ, ਰਿਸੈਸ਼ਨ ਆਏਗੀ ਹੁਣ। ਨੈਕਸਟ ਹੀ ਇੰਡੀਆ ਨੇ ਅਨਾਊਂਸ ਕੀਤਾ COP27। COP27 ਹੁੰਦੀ ਹੈ ਜੀ ਕਾਨਫਰੰਸ ਆਫ ਪਾਰਟੀਜ਼, ਕਾਨਫਰੰਸ ਆਫ ਪਾਰਟੀਜ਼ 27 ਐਡੀਸ਼ਨ ਹੈ ਇਹਦਾ। COP27 ਦੇ ਵਿੱਚ ਇੰਡੀਆ ਨੇ ਅਨਾਊਂਸ ਕੀਤਾ ਹੈ, ਜਿਸ ਦੇ ਵਿੱਚ ਉਹਨਾਂ ਨੇ ਆਪਣਾ ਲੌਂਗ ਟਰਮ ਸਟ੍ਰੈਟਜੀ ਹੈ ਉਹ ਪ੍ਰਪੋਜ਼ ਕੀਤੀ, ਅੱਗੇ ਰੱਖੀ ਹੈ, ਜਿਹਦੇ ਵਿੱਚ ਅਟੋਮਿਕ ਐਨਰਜੀ ਹੋ ਗਈ, ਹਾਈਡਰੋਜਨ ਪਾਵਰ ਹੋ ਗਈ, ਇਸ ਤਰ੍ਹਾਂ ਦੀਆਂ ਚੀਜ਼ਾਂ ਯੂਜ਼ ਕਰਨਗੇ। ਅਤੇ ਇੱਥੇ ਇੰਡੀਆ ਨੇ ਆਪਣਾ ਟਾਰਗੇਟ ਜੋ ਰੱਖਿਆ ਹੈ ਕਿ ਉਹ ਨੈਟ ਜ਼ੀਰੋ ਐਮਿਸ਼ਨ ਹੋਏਗਾ 2070 ਤੱਕ, ਜਾ ਕੇ ਕਾਰਬਨ ਨਿਊਟਰਲ ਹੋ ਜਾਏਗਾ, ਕਿ ਇੰਡੀਆ ਕਾਰਬਨ ਪ੍ਰੋਡਿਊਸ ਨਹੀਂ ਕਰੇਗਾ। 2070 ਤੱਕ ਇਹ ਅਚੀਵ ਕਰ ਲੈਣਗੇ ਅਤੇ ਕਾਰਬਨ ਦੀ ਇੱਥੋਂ ਕੋਈ ਵੀ ਜੋ ਕਹਿ ਦਈਏ ਐਮਿਸ਼ਨ ਹੈ ਜੋ ਉਹ ਹੋਏਗਾ ਨਹੀਂ। ਸੋ ਇਹ ਇੱਕ ਸਟ੍ਰੈਟਜੀ ਇੰਡੀਆ ਨੇ COP27 ਦੇ ਵਿੱਚ ਆਪਣੀ ਇਹ ਪ੍ਰਪੋਜ਼ ਕੀਤੀ ਹੈ ਜੀ। ਨੈਕਸਟ ਜੀ ਇੰਡੀਆ ਦਸੰਬਰ 1 ਦੇ ਵਿੱਚ ਜੋ ਅਫੀਸ਼ਲੀ ਚਾਰਜ ਲਏਗਾ G20 ਦਾ। ਸੇਮ ਥਿੰਗ ਇੰਡੀਅਨ ਨੇਵੀ ਨੇ ਇੱਕ ਆਫਸ਼ੋਰ ਸਿਕਿਉਰਿਟੀ ਐਕਸਰਸਾਈਜ਼ ਕੰਡਕਟ ਕੀਤੀ ਹੈ, ਪ੍ਰਸਥਾਨ। ਲੋਕਲ ਐਕਸਰਸਾਈਜ਼ ਹੈ ਜਿਹਦੇ ਵਿੱਚ ਸਿੰਪਲੀ ਇਹ ਹਰ ਸਾਲ ਦੇ ਵਿੱਚ 2 ਵਾਰ ਕੀਤੀ ਜਾਂਦੀ ਹੈ। ਮੁੰਬਈ ਅਤੇ ਉਹਦੇ ਨਾਲ ਲੱਗਦੇ ਜੋ ਆਇਲ ਰਿਜਿਸ ਨੇਗੇ ਆਪਣੇ ਪਾਏ ਜਾਂਦੇ ਨੇ, ਉਹਨਾਂ ਦੀ ਪ੍ਰੋਟੈਕਸ਼ਨ ਦੇ ਲਈ ਇਹ ਕੀਤੀ ਜਾਂਦੀ ਹੁੰਦੀ ਹੈ। ਇੱਥੇ ਨਾਮ ਕੀ ਹੈ ਜੀ? ਇੰਡੀਅਨ ਨੇਵੀ ਵੱਲੋਂ ਕੰਡਕਟ ਕੀਤੀ ਗਈ ਪ੍ਰਸਥਾਨ ਲੋਕਲ ਐਕਸਰਸਾਈਜ਼ ਹੈ ਜੋ ਹਰ ਸਾਲ 2 ਵਾਰ ਕੀਤੀ ਜਾਂਦੀ ਹੈ। ਪ੍ਰਾਈਮ ਮਿਨਿਸਟਰ ਮੋਦੀ ਨੇ ਜੋ ਐਡਰੈਸ ਕੀਤਾ G20 ਨੂੰ, ਉੱਥੇ ਉਹਨਾਂ ਨੇ ਕਾਫੀ ਜ਼ਿਆਦਾ ਸਟ੍ਰੈਟੇਜਿਕਲੀ ਪੁਆਇੰਟ ਆਊਟ ਰੱਖੇ ਨੇਗੇ, ਜਿਸ ਦੇ ਵਿੱਚ ਉਹਨਾਂ ਨੇ ਯੂਕਰੇਨ ਵਾਰ ਦੇ ਲਈ ਡਿਪਲੋਮੈਟਿਕ ਤਰੀਕਿਆਂ ਦਾ ਇੱਥੇ ਸੰਬੋਧਨ ਕੀਤਾ ਕਿ ਉਸ ਨੂੰ ਡਿਪਲੋਮੈਟਿਕ ਵੇ ਦੇ ਨਾਲ ਹੈ ਜੋ ਹੱਲ ਕੀਤਾ ਜਾਵੇ। ਅਤੇ ਉਸ ਨਾਲ ਹੀ ਉਹਨਾਂ ਨੇ ਰਸ਼ੀਅਨ ਆਇਲ ਦੇ ਉੱਪਰ ਜੋ ਸੈਂਕਸ਼ਨ ਲੱਗੇ ਹੋਏ ਨੇ ਉਹਨਾਂ ਨੂੰ ਹਟਾਉਣ ਦੀ ਵੀ ਉਹਨਾਂ ਨੇ ਗੱਲ ਕੀਤੀ ਹੈ ਕਿ ਵੈਸਟਰਨ ਦੁਆਰਾ ਇਹ ਲਾਏ ਗਏ ਸੈਂਕਸ਼ਨ ਕਾਫੀ ਜ਼ਿਆਦਾ ਮਾੜੇ ਨੇ, ਜਿਸ ਨਾਲ ਕਿ ਫੂਡ ਦੀ ਜੋ ਕਮੀ ਆ ਉਹ ਹੋ ਸਕਦੀ ਹੈ ਅਤੇ ਪੂਰੀ ਇਕੋਨਮੀਜ਼ ਡਿਲੇ ਹੋ ਸਕਦੇ। ਸੋ ਕਾਫੀ ਜ਼ਿਆਦਾ ਡਿਪਲੋਮੈਟਿਕ ਇੱਥੇ ਰੋਲ ਹੈ ਜੋ ਪਲੇ ਕੀਤਾ ਪ੍ਰਾਈਮ ਮਿਨਿਸਟਰ ਮੋਦੀ ਨੇ। ਪਾਪੂਲੇਸ਼ਨ ਹੈ ਜੋ ਧਰਤੀ ਦੀ 8 ਬਿਲੀਅਨ ਹੋ ਚੁੱਕੀ ਹੈ, ਜਿਸ ਦੇ ਵਿੱਚ ਸਾਰਿਆਂ ਨੂੰ ਵੱਡਾ ਸ਼ੇਅਰ ਇਸ ਨੂੰ ਗਰੋਥ ਹੋਣ ਦੇ ਵਿੱਚ ਇੰਡੀਆ ਦਾ ਰਿਹਾ। 17.7 ਕਰੋੜ ਹੈ ਜੋ ਪਹਿਲੇ ਨੰਬਰ 'ਤੇ ਇੰਡੀਆ ਦੀ ਗਰੋਥ ਦੇ ਵਿੱਚ ਰਿਹਾ ਇਹ। ਅਤੇ ਆਉਣ ਵਾਲੇ ਸਾਲ ਦੇ ਵਿੱਚ ਇੰਡੀਆ ਮੋਸਟ ਪਾਪੂਲਸ ਕੰਟਰੀ ਬਣ ਜਾਏਗਾ ਅਤੇ ਇਹਦੇ ਵਿੱਚ ਚਾਈਨਾ ਜੋ ਹੈ ਉਹ ਸੈਕਿੰਡ ਪਲੇਸ 'ਤੇ ਚਲਾ ਜਾਏਗਾ ਅਤੇ ਇੰਡੀਆ ਫਸਟ ਪਲੇਸ 'ਤੇ ਆ ਜਾਏਗਾ ਮੋਸਟ ਪਾਪੂਲਸ ਕੰਟਰੀ ਦੇ ਵਿੱਚ। ਪੰਜਾਬ ਦੀ ਜੋ ਸਟਾਰਟਅਪ ਪਾਲਿਸੀ ਹੈ ਜਿਹਦੇ ਉੱਪਰ ਕਾਫੀ ਜ਼ਿਆਦਾ ਗੱਲ ਵੀ ਹੋ ਰਹੀ ਸੀ, ਇੰਡਸਟਰੀਅਲ ਪਾਲਿਸੀ ਤੋਂ ਬਾਅਦ ਸਟਾਰਟਅਪ ਪਾਲਿਸੀ ਦੀ ਵੀ ਗੱਲ ਚੱਲੀ ਸੀ, ਉਹ ਦਸੰਬਰ ਦੇ ਵਿੱਚ ਇੰਟਰੋਡਿਊਸ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਦੇ ਆਸਾਰ ਨੇਗੇ, ਜਿਸ ਦੇ ਵਿੱਚ ਸਟਾਰਟਅਪ ਨੂੰ ਪ੍ਰਮੋਟ ਕਰਨ ਦੇ ਲਈ ਕਾਫੀ ਜ਼ਿਆਦਾ ਇੱਥੇ ਇਸ ਪਾਲਿਸੀ ਦੇ ਵਿੱਚ ਜੋ ਫੀਚਰਸ ਨੇ ਉਹ ਲਿਆਂਦੇ ਗਏ ਨੇਗੇ, ਜਿੱਦਾਂ ਕਿ ਸਬਸਿਡੀ ਹੈ ਜੋ 8% ਦੀ ਹਰ ਸਾਲ ਦੇ ਉੱਪਰ ਆਉਣ ਵਾਲੇ 5 ਸਾਲਾਂ ਦੇ ਵਿੱਚ ਜੋ ਵੀ ਰੇਟ ਆਫ ਇੰਟਰਸਟ ਹੋਏਗਾ, ਜੋ ਵਿਆਜ ਹੋਏਗਾ, ਉਸ ਦੇ ਉੱਪਰ 8% ਦੀ ਸਬਸਿਡੀ ਦਿੱਤੀ ਜਾਏਗੀ ਜਿੱਥੋਂ ਵੀ ਉਹ ਹੋਣਗੇ। ਉਸ ਤੋਂ ਇਲਾਵਾ ਗ੍ਰਾਂਟ ਕੀਤੀ ਹੈਗੀ 3 ਲੱਖ ਇੱਕ ਸਟਾਰਟਅਪ ਦੇ ਮਗਰ। ਕੋਈ ਵੀ ਸਟਾਰਟਅਪ ਕੀ ਹੁੰਦਾ? ਕੋਈ ਨਵਾਂ ਆਈਡੀਆ, ਕੋਈ ਨਵਾਂ ਬਿਜ਼ਨਸ ਜਿਹਨੂੰ ਲੈ ਕੇ
ਕੋਈ ਕੰਮ ਕਰਨਾ ਚਾਹ ਰਹੇ ਹੈ, ਉਹ ਛੋਟੇ ਤੋਂ ਛੋਟਾ ਸਟਾਰਟਅਪ ਵੀ ਹੋ ਸਕਦਾ, ਵੱਡੇ ਤੋਂ ਵੱਡਾ ਵੀ ਹੋ ਸਕਦਾ, ਉਸ ਨੂੰ ਸਟਾਰਟਅਪ ਬੋਲਦੇ ਨੇ। ਅਤੇ ਇਸ ਨੂੰ ਪ੍ਰਮੋਟ ਕਰਨ ਦੇ ਲਈ ਜੋ ਪੰਜਾਬ ਸਰਕਾਰ ਹੈ ਉਹ ਸਟਾਰਟਅਪ ਪਾਲਿਸੀ ਦਸੰਬਰ ਦੇ ਵਿੱਚ ਲਿਆ ਸਕਦੀ ਹੈ, ਜਿਸ ਦੇ ਵਿੱਚ ਇੱਕ ਆਈਡੀਆ ਦੇ ਵਿੱਚ 3 ਲੱਖ ਰੁਪਇਆ ਸਟਾਰਟਅਪ ਦੇ ਉੱਪਰ ਉਹ ਗ੍ਰਾਂਟ ਦਿੱਤੀ ਜਾਏਗੀ। ਅਤੇ ਇਹ ਹੋਰ ਵੀ ਇਹਦੇ ਵਿੱਚ ਹੋਰ ਪਾਲਿਸੀਜ਼ ਹੋਣਗੀਆਂ ਜੋ ਬੇਸਿਕਲੀ ਫਾਰਮਲ ਲੈਵਲ 'ਤੇ ਇੰਟਰੋਡਿਊਸ ਕੀਤੀ ਜਾਏਗੀ ਦਸੰਬਰ ਦੇ ਵਿੱਚ। ਤਾਂ ਆਪਾਂ ਨੂੰ ਹੋਰ ਇਹਨਾਂ ਨੂੰ ਡਿਟੇਲ ਦੇ ਵਿੱਚ ਜਾਣਨ ਦਾ ਮੌਕਾ ਮਿਲੇਗਾ ਅਤੇ ਆਪਾਂ ਇਸ ਨੂੰ ਸਰਟਨਲੀ ਕਰੰਟ ਅਫੇਅਰ ਦੇ ਵਿੱਚ ਇਸ ਨੂੰ ਕਵਰ ਕਰਾਂਗੇ ਕਿ ਕੀ ਕੀ ਫੀਚਰਸ ਇਸ ਦੇ ਵਿੱਚ ਆ ਜਾਂਦੇ ਨੇਗੇ। ਇੰਡੀਆ ਹੈ ਜੀ 63 ਕੰਟਰੀਜ਼ ਦੇ ਵਿੱਚੋਂ 8ਵੇਂ ਨੰਬਰ 'ਤੇ ਆ ਰਿਹਾ CCPI ਇੰਡੈਕਸ ਦੇ ਵਿੱਚ। ਕਲਾਈਮੇਟ ਚੇਂਜ ਪਰਫਾਰਮੈਂਸ ਇੰਡੈਕਸ 2023 ਦਾ ਜੋ ਲਾਂਚ ਹੋਇਆ, ਇੰਡੀਆ ਦੀ ਪੋਜੀਸ਼ਨ ਹੈ ਜੋ 8th ਆਈ ਹੈ ਇਸ ਦੇ ਵਿੱਚ। 63 ਕੰਟਰੀਜ਼ ਨੂੰ ਲੈ ਕੇ ਇਹ ਇੰਡੈਕਸ ਬਣਿਆ ਸੀ। ਇਸ ਦੇ ਵਿੱਚ ਇੰਡੀਆ ਆਪਣੇ ਟਰੈਕ ਦੇ ਉੱਪਰ ਹੀ ਹੈ, ਜਿਸ ਦੇ ਵਿੱਚ ਉਹਨੇ 2030 ਦੇ ਜੋ ਗੋਲਜ਼ ਰੱਖੇ ਹੋਏ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਉਹ ਆਪਣੇ ਸਹੀ ਰਾਹ ਦੇ ਉੱਪਰ ਚੱਲ ਰਿਹਾ, ਇਹ ਰਿਪੋਰਟ ਨੇ ਵੀ ਦੱਸਿਆ ਹੈ। ਨੈਕਸਟ ਜੀ 18th ਐਡੀਸ਼ਨ ਇੰਡੀਆ ਅਤੇ US ਦੀਆਂ ਜੋ ਜੁਆਇੰਟ ਐਕਸਰਸਾਈਜ਼ ਹੁੰਦੀਆਂ ਨੇ ਉਹਦਾ 18ਵਾਂ ਐਡੀਸ਼ਨ ਨਵੰਬਰ 19 ਦੇ ਵਿੱਚ ਉੱਤਰਾਖੰਡ ਦੇ ਵਿੱਚ ਸ਼ੁਰੂ ਹੋ ਜਾਏਗਾ, ਜਿਸ ਦਾ ਨਾਮ ਹੋਏਗਾ ਯੁੱਧ ਅਭਿਆਸ 22। ਮਿਨਿਸਟਰੀ ਆਫ ਸਿਵਲ ਏਵੀਏਸ਼ਨ ਨੇ ਅਨਾਊਂਸ ਕਰ ਦਿੱਤਾ ਹੈ ਜੀ ਕਿ ਡੋਮੈਸਟਿਕ ਜਾਂ ਇੰਟਰਨੈਸ਼ਨਲ ਫਲਾਈਟਸ ਦੇ ਵਿੱਚ ਹੁਣ ਜੋ ਮਾਸਕ ਹੈ ਉਹ ਨੈਸੈਸਰੀ ਨਹੀਂ ਹੋਏਗਾ ਕਿ ਤੁਹਾਨੂੰ ਮਾਸਕ ਲਗਾ ਕੇ ਜਾਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਹੁਣ ਉਹ ਨੈਸੈਸਰੀ ਨਹੀਂ ਹੋਏਗਾ, ਜੋ ਵੀ ਪੈਸੇਂਜਰ ਹੋਣਗੇ ਉਹਨਾਂ ਦੀ ਆਪਣੀ ਨੀਡ ਦੇ ਅਕੋਰਡਿੰਗ ਉਹ ਲਗਾ ਸਕਦੇ ਨੇ। CDSCO ਦੁਆਰਾ 50 ਡਰੱਗਸ ਦੇ ਸੈਂਪਲ ਲਏ ਗਏ ਨੇਗੇ। CDSCO ਦੀ ਫੁੱਲ ਫਾਰਮ ਹੈ ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ। ਇਹਨਾਂ ਦੁਆਰਾ 50 ਡਰੱਗਸ ਦੇ ਜੋ ਨੇ ਸੈਂਪਲ ਲਏ ਗਏ ਨੇ, ਅਤੇ ਜਿਸ ਦੇ ਵਿੱਚੋਂ 50 ਡਰੱਗਸ ਨੇ ਜੋ ਉਹ ਸਬ ਸਟੈਂਡਰਡ ਰਹੀਆਂ ਨੇ। ਕਹਿਣ ਦਾ ਭਾਵ ਜੋ ਸਟੈਂਡਰਡ ਰੱਖੇ ਗਏ ਸੀਗੇ ਉਹਦੇ ਤੋਂ ਉਹ ਨੀਵੀਆਂ ਨੇ, ਉਹਨਾਂ ਨਾਲ ਮੈਚ ਨਹੀਂ ਕਰਨੀਆਂ। ਅਤੇ ਇਹਦੇ ਵਿੱਚ ਬਹੁਤ ਕਾਮਨ ਯੂਜ਼ ਹੋਣ ਵਾਲੀਆਂ ਆਪਣੇ ਹੋਮਸ ਦੇ ਵਿੱਚ ਯੂਜ਼ ਹੋਣ ਵਾਲੀਆਂ ਵੀ, ਜਿੱਦਾਂ ਕਿ ਪੈਰਾਸੀਟਾਮੋਲ ਹੋ ਗਈ ਅਤੇ ਪੈਂਟਾਪੈਰਾਜੋਲ ਹੋ ਗਈ ਐਸੀਡਿਟੀ ਦੇ ਲਈ, ਇੱਦਾਂ ਦੀਆਂ ਜੋ ਟੈਬਲੇਟਸ ਨੇ ਉਹ ਵੀ ਇਹਦੇ ਵਿੱਚ ਆ ਰਹੀਆਂ ਨੇ ਅਤੇ ਜੋ ਕਿ ਕੁਆਲਿਟੀ ਦੇ ਨਾਲ ਮੈਚ ਨਹੀਂ ਕਰ ਰਹੀਆਂ। ਸੋ ਇਹ ਲਗਾਤਾਰ ਹੁਣ ਜੋ ਪ੍ਰੀਵੀਅਸਲੀ ਜਿੱਦਾਂ ਕਫ ਸਿਰਪ ਦਾ ਇੱਕ ਕਾਫੀ ਜ਼ਿਆਦਾ ਮਸਲਾ ਚੱਲਿਆ, ਜਿਸ ਦੇ ਨਾਲ ਗਾਂਬੀਆ ਦੇ ਵਿੱਚ ਵੀ ਕਾਫੀ ਬੱਚੇ ਮਾਰੇ ਗਏ। ਉਸ ਤੋਂ ਬਾਅਦ ਹੋਰ ਵੀ ਕਈ ਜੋ ਡਰੱਗਸ ਦੇ ਨੇ ਸੈਂਪਲ ਲਏ ਗਏ ਅਤੇ ਉਹ ਵੀ ਫੇਲ ਹੋਏ ਨੇ। ਸੋ ਇਸੇ ਤਰ੍ਹਾਂ ਦੇ ਚੱਲਦੇ ਹੋਏ ਇਸ ਪ੍ਰੋਸੈਸ ਦੇ ਵਿੱਚ ਹੋਰ ਵੀ ਸੈਂਪਲਸ ਕਲੈਕਟ ਹੋ ਰਹੇ, ਜਿਸ ਦੇ ਵਿੱਚੋਂ 50 ਹੋਰ ਡਰੱਗਸ ਜੋ ਨੋਰਮਲੀ ਘਰਾਂ ਦੇ ਵਿੱਚ ਯੂਜ਼ ਹੁੰਦੀਆਂ ਨੇ, PCM, ਪੈਂਟਾਪੈਰਾਜੋਲ ਅਤੇ ਹੋਰ ਵੀ ਕਈ ਨੇ, ਇਹ ਵੀ ਫੇਲ ਹੋ ਚੁੱਕੀਆਂ ਨੇ ਅਤੇ ਸਬ ਸਟੈਂਡਰਡ ਲੈਵਲ ਦਾ ਇਹਨਾਂ ਨੂੰ ਇੱਥੇ ਗ੍ਰੇਡਿੰਗ ਪ੍ਰਾਪਤ ਹੋਈ ਹੈ। ਪੰਜਾਬ CM ਭਗਵੰਤ ਮਾਨ ਨੇ ਮੰਗ ਕੀਤੀ ਹੈ ਜੀ ਕਿ ਭਗਤ ਸਿੰਘ, ਸੁਖਦੇਵ, ਰਾਜਗੁਰੂ ਅਤੇ ਲਾਲਾ ਲਾਜਪਤ ਰਾਏ ਇਹਨਾਂ ਨੂੰ ਭਾਰਤ ਰਤਨ ਹੈ ਜੋ ਅਵਾਰਡ ਉਹ ਦਿੱਤਾ ਜਾਵੇ। ਇਹ ਮੰਗ ਰੱਖੀ ਹੈ CM ਭਗਵੰਤ ਸਿੰਘ ਮਾਨ ਨੇ। ਅਤੇ ਇਸ ਤੋਂ ਬਾਅਦ ਜੀ ਇਹਨਾਂ ਨੇ ਕਿਹਾ ਹੈ ਕਿ ਕਰਤਾਰ ਸਿੰਘ ਸਰਾਭਾ ਜੋ ਕਿ ਗਦਰ ਪਾਰਟੀ ਨਾਲ ਰਿਲੇਟਡ ਰਹੇ ਨੇ, ਉਹਨਾਂ ਨੂੰ ਨੈਸ਼ਨਲ ਮਰਟੀਅਰ ਹੈ ਉਹਦਾ ਸਟੇਟਸ ਵੀ ਦਿੱਤਾ ਜਾਵੇ ਕਿ ਰਾਸ਼ਟਰੀ ਸ਼ਹੀਦ ਨੇ ਜੋ ਉਹ ਹੋਏ ਨੇ। ਇਸ ਦੇ ਲਈ ਵੀ ਉਹਨਾਂ ਨੂੰ ਇਹ ਟਾਈਟਲ ਦਿਵਾਉਣ ਦੀ ਉਹਨਾਂ ਨੇ ਮੰਗ ਰੱਖੀ ਹੈ। ਨੈਕਸਟ ਇੱਕ ਨਵੀਂ ਟੈਕ ਦੀ ਗੱਲ ਹੈ ਅਤੇ ਨਾਲ ਹੀ ਡਿਫੈਂਸ ਨਾਲ ਵੀ ਰਿਲੇਟਡ ਹੈ ਕਿ ਜੋ ਆਪਣਾ ਸਟੈਂਡ ਆਫ ਰਿਹਾ ਚਾਈਨਾ ਦੇ ਨਾਲ ਇੰਡੀਆ ਦਾ, ਕਹਿਣ ਦਾ ਭਾਵ ਜੋ ਲਦਾਖ ਦੇ ਵਿੱਚ ਫੌਜਾਂ ਆਮੋ ਸਾਹਮਣੇ ਰਹੀਆਂ ਨੇ ਇੰਡੀਆ ਅਤੇ ਚਾਈਨਾ ਦੀਆਂ, ਉੱਥੇ ਜਿਹੜੇ ਇੰਡੀਅਨ ਆਰਮੀ ਨੇ ਸ਼ੈਲਟਰ ਯੂਜ਼ ਕੀਤੇ ਜਾਂ ਰਹਿਣ ਦੇ ਲਈ ਜੋ ਪ੍ਰਬੰਧ ਕੀਤੇ ਉਹ 3D ਪ੍ਰਿੰਟਡ ਸਨ। ਕਹਿਣ ਦਾ ਭਾਵ 3D ਟੈਕਨੀਕ ਜੋ ਪ੍ਰਿੰਟਿੰਗ ਦੀ ਹੁਣ ਆਈ ਹੈ ਉਹਦੇ ਨਾਲ ਪ੍ਰਿੰਟ ਕੀਤੇ ਹੋਏ ਉਹ ਬਣਾਏ ਗਏ ਸਨ ਅਤੇ ਉਹਦੇ ਵਿੱਚ ਹੀ ਉਹ ਫੌਜੀ ਜੋ ਨੇ ਲਦਾਖ ਦੇ ਉੱਪਰ ਹਾਈ ਐਲਟੀਟਿਊਡ ਦੇ ਉੱਪਰ ਰਹਿ ਰਹੇ ਸਨ ਅਤੇ ਉਹ ਇੰਨੇ ਕੁ ਸਟਰੋਂਗ ਸਨ ਕਿ ਇੱਕ ਉਹ T-90 ਟੈਂਕ ਹੁੰਦਾ ਹੈ, ਇਸ ਦਾ ਵਾਰ ਵੀ ਸਹਾਰ ਸਕਦੇ ਨੇ, ਇੰਨੀ ਕੁ ਸਟਰੋਂਗ ਇਹ ਕਪੈਸਿਟੀ ਰੱਖਦੇ ਨੇ। ਅਤੇ ਇੰਸਟਾਲ ਕਰਨ ਦੇ ਵਿੱਚ ਜਾਂ ਉਹਨਾਂ ਨੂੰ ਮੂਵ ਕਰਨ ਦੇ ਵਿੱਚ ਵੀ ਜ਼ਿਆਦਾ ਟਾਈਮ ਨਹੀਂ ਲੱਗਦਾ ਅਗਰ ਕੰਪੇਅਰ ਕਰੀਏ ਦੂਜੇ ਸ਼ੈਲਟਰਸ ਦੇ ਵਿੱਚ। ਸੋ ਟੈਕਨੋਲੋਜੀ ਲਗਾਤਾਰ ਐਡਵਾਂਸ ਹੋ ਰਹੀ ਹੈ ਅਤੇ ਡਿਫੈਂਸ ਦੇ ਵਿੱਚ ਵੀ ਆਪਾਂ ਨੂੰ ਇਹ ਦੇਖਣ ਨੂੰ ਮਿਲ ਰਹੀ ਹੈ। ਇੰਡੀਆ ਦਾ ਜੀ ਪਹਿਲਾ ਪ੍ਰਾਈਵੇਟ ਰੌਕੇਟ ਹੈ ਜੋ ਉਹ ਲਾਂਚ ਹੋ ਚੁੱਕਿਆ, ਸਕਸੈਸਫੁਲੀ ਲਾਂਚ ਹੋ ਚੁੱਕਿਆ ਹੈ, ਜਿਸ ਦਾ ਨਾਮ ਹੈ ਵਿਕਰਮ-S ਅਤੇ ਇਹ ਜੀ ਉਚਾਈ ਇਹਦੀ 6 ਮੀਟਰ ਸੀਗੀ। ਸਿੰਗਲ ਸਟੇਜ ਰੌਕੇਟ ਸੀ। ਸਿੰਗਲ ਸਟੇਜ ਦਾ ਮਤਲਬ ਹੁੰਦਾ ਕਿ ਸਿਰਫ ਇੱਕ ਸਟੇਜ ਹੀ ਸੀ ਜਿਸ ਦੇ ਵਿੱਚੋਂ ਉਹਨੂੰ ਫਿਊਲ ਮਿਲ ਰਿਹਾ ਸੀ ਅਤੇ ਉਹਦੇ ਨਾਲ ਹੀ ਲਾਂਚ ਹੋਇਆ। ਜੇ ਡਬਲ ਸਟੇਜ ਹੋ ਤਾਂ ਮਤਲਬ 2 ਸਟੇਜਸ ਦੇ ਵਿੱਚੋਂ ਉਹ ਫਿਊਲ ਲਊਗਾ।
ਇੱਕ ਸਟੇਜ ਬਰਨਆਊਟ ਹੋਣ ਤੋਂ ਬਾਅਦ ਅਲੱਗ ਹੋ ਜਾਊਗੀ, ਤੇ ਫਿਰ ਦੂਜੀ ਸਟੇਜ ਸਟਾਰਟ ਹੋ ਜਾਊਗੀ, ਫਿਰ ਤੀਜੀ ਸਟੇਜ ਸਟਾਰਟ ਹੋ ਜਾਊਗੀ। ਇਸ ਤਰ੍ਹਾਂ ਸਟੇਜਸ ਹੁੰਦੀਆਂ ਨੇਗੀਆਂ ਜੋ ਅਲੱਗ-ਅਲੱਗ ਚੱਲਦੀਆਂ ਨੇਗੀਆਂ ਬਰਨਆਊਟ ਕਰਨ ਦੇ ਲਈ। ਉਹਦੇ ਨਾਲ ਕੀ ਸਟੇਜ ਜੋ ਰੋਕਟ ਦੀ ਹੈ ਉਹ ਰੀਚ ਵਧ ਜਾਂਦੀ ਹੈ। ਸਿੰਗਲ ਸਟੇਜ ਸੀ ਇਹ ਰੋਕਟ, ਪ੍ਰਾਈਵੇਟ ਕੰਪਨੀ ਨੇ ਤਿਆਰ ਕੀਤਾ ਸੀਗਾ। ਸੋ ਸਕਾਈ ਰੂਟ ਨਾਮ ਦੀ ਕੰਪਨੀ ਹੈ, ਇੰਡੀਆ ਦੀ ਪਹਿਲਾ ਸਟਾਰਟਅਪ ਹੈ ਇਹ ਵੀ, ਜਿਨ੍ਹਾਂ ਨੇ ਰੋਕਟ ਇਹ ਬਣਾਇਆ ਹੈ, ਅਤੇ ਜਿਸ ਦਾ ਨਾਮ ਵਿਕਰਮ ਐਸ ਰੱਖਿਆ ਗਿਆ। ਅਤੇ ਕਾਫੀ ਜ਼ਿਆਦਾ ਇਹਨੂੰ ਪ੍ਰੋਤਸਾਹਨ ਵੀ ਮਿਲ ਰਿਹਾ ਹੈ ਸਕਸੈਸ ਹੋਣ 'ਤੇ। ਇਹ ਟੋਟਲ ਡਿਸਟੈਂਸ ਇਹਨਾਂ ਨੇ ਕਵਰ ਕੀਤਾ ਜੀ 99.5 ਕਿਲੋਮੀਟਰ ਦਾ, ਅਤੇ ਮਿਸ਼ਨ ਦਾ ਨਾਮ ਸੀ ਮਿਸ਼ਨ ਪ੍ਰਾਰੰਭ, ਜੋ ਕਿ 291 ਸੈਕਿੰਡ ਤੱਕ ਚੱਲਿਆ। ਉਸ ਤੋਂ ਬਾਅਦ ਜੋ ਰੋਕਟ ਹੈ ਉਹ ਬੇ ਆਫ ਬੰਗਾਲ ਦੇ ਵਿੱਚ ਡਿੱਗ ਗਿਆ 99.5 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ। ਸੋ ਇਟ ਇਜ਼ ਅ ਬਿਗ ਕਰੰਟ ਅਫੇਅਰ ਐਂਡ ਇੰਪੋਰਟੈਂਟ ਟੋਪਿਕ ਕਿ ਕੀ ਰੋਕਟ ਦਾ ਨਾਮ ਸੀ, ਕੀ ਮਿਸ਼ਨ ਦਾ ਨਾਮ ਸੀ। ਪੰਜਾਬ ਗਵਰਨਮੈਂਟ ਨੇ OPS ਓਲਡ ਪੈਨਸ਼ਨ ਸਕੀਮ ਹੈ ਜੋ 2004 ਦੇ ਵਿੱਚ ਬੰਦ ਕਰ ਦਿੱਤੀ ਗਈ ਸੀ, ਉਹਨੂੰ ਲਾਗੂ ਕਰ ਦਿੱਤਾ ਹੈ, ਜਿਸ ਦੇ ਵਿਧਾਨ ਨਾਲ 1.75 ਲੱਖ ਜੋ ਗਵਰਨਮੈਂਟ EMPLOYE ਨੇ ਉਹ ਫਾਇਦੇਮੰਦ ਰਹਿਣਗੇ, ਜੋ ਕਿ ਨਿਊ ਪੈਨਸ਼ਨ ਸਕੀਮ ਦੇ ਵਿੱਚ ਆਉਂਦੇ ਸੀ, ਉਹ ਇਹਦਾ ਫਾਇਦਾ ਹੁਣ ਲੈ ਸਕਦੇ ਨੇ। ਓਲਡ ਪੈਨਸ਼ਨ ਸਕੀਮ ਕੀ ਹੈ, ਇਹਦੇ ਵਿੱਚ ਕੀ ਕੀ ਇਫੈਕਟ ਸੀਗੇ, ਕੀ ਕੀ ਇੰਪੋਰਟੈਂਟ ਆਪਣੇ ਲਈ ਗੱਲਾਂ ਸੀ, ਉਹ ਆਪਾਂ ਪ੍ਰੀਵੀਅਸ ਵੀਡੀਓ ਦੇ ਵਿੱਚ ਦੇਖ ਲਈਆਂ ਨੇ। ਇਸ ਤੋਂ ਬਾਅਦ ਜੀ ਪੰਜਾਬ ਗਵਰਨਮੈਂਟ ਨੇ ਇੱਕ ਨਵਾਂ ਔਨਲਾਈਨ ਪੋਰਟਲ ਲਾਂਚ ਕੀਤਾ ਹੈ, ਜੋ ਜਿੰਨੇ ਵੀ ਐਕਸ ਸਰਵਿਸਮੈਨ ਸੀਗੇ ਜੋ ਪੁਲਿਸ ਦੇ ਵਿੱਚ ਸੀ ਜਾਂ ਫੌਜ ਦੇ ਵਿੱਚ ਸੀ, ਉਹਨਾਂ ਦੇ ਲਈ E-ਸੈਨਾਨੀ ਨਾਮ ਦਾ ਨਵਾਂ ਪੋਰਟਲ ਹੈ ਜੋ ਉਹ ਲਾਂਚ ਕੀਤਾ ਹੈ। RBI ਨੇ ਕਿਹਾ ਹੈ ਜੋ ਇੰਡੀਆ ਦੀ ਇਕੋਨਮੀ ਹੈ ਜੀ ਉਹ ਸੈਕਿੰਡ ਕੁਆਰਟਰ ਦੇ ਲਈ 6 ਪੁਆਇੰਟ ਤੋਂ 6.3%, 6.1 ਤੋਂ ਲੈ ਕੇ 6.3% ਦੇ ਵਿੱਚ ਰਹੇਗੀ। ਹਾਲਾਂਕਿ ਗੋਲਡਮੈਨ ਸੈਕਸ ਹੋ ਗਏ ਜਾਂ ਮੂਡੀ ਹੋ ਗਏ, ਉਹ ਇੰਡੀਆ ਦੀ ਇਕੋਨਮੀ ਹੈ ਜੋ GDP ਉਹਨੂੰ ਕਾਫੀ ਜ਼ਿਆਦਾ ਪ੍ਰੈਡਿਕਟ ਕਰਦੇ ਰਹੇ ਨੇ ਕਿ ਉਹ ਘਟ ਰਹੀ ਹੈਗੀ, ਅਤੇ ਫਿਲਹਾਲ ਦੇ ਲਈ ਇਹ RBI ਦੀ ਇੱਕ ਹੋਰ ਅਜ਼ੰਪਸ਼ਨ ਇੱਥੇ ਆਈ ਹੈ। ਹੁਣ ਆਪਾਂ ਕੁਛ ਵਰਲਡ ਲੈਵਲ ਦੀ ਡਿਸਕਸ ਕਰੀਏ ਤਾਂ ਰਸ਼ੀਆ ਪਹਿਲੀ ਕੰਟਰੀ ਬਣ ਚੁੱਕਿਆ ਹੈ ਜੋ ਕਿ ਇੰਡੀਆ ਦੇ ਨਾਲ ਟਰੇਡ ਹੈ ਉਹ ਇੰਡੀਅਨ ਰੁਪੀ ਦੇ ਵਿੱਚ ਕਰੇਗਾ। ਸੋ ਜਿੰਨਾ ਵੀ ਲੈਣ ਦੇਣ ਹੋਏਗਾ ਉਹਦੇ ਲਈ ਇੰਡੀਆ ਦਾ ਰੁਪੀ ਹੈ ਜੋ ਉਹਨੂੰ ਵਰਤ ਲਏਗਾ। ਇਹਦੇ ਲਈ ਜੋ 9 ਰਸ਼ੀਅਨ ਬੈਂਕਸ ਨੇ ਉਹਨਾਂ ਨੇ ਵੋਸਟਰੋ ਅਕਾਊਂਟ ਹੈ ਰੁਪੀ ਟਰੇਡ ਦੇ ਲਈ ਉਹ ਓਪਨ ਕਰ ਲਏ ਨੇ ਕਿ ਇੰਡੀਆ ਦੇ ਵਿੱਚ ਇੰਡੀਅਨ ਰੁਪੀ ਦੇ ਨਾਲ ਟਰੇਡ ਕੀਤਾ ਜਾਏਗਾ। ਬੇਸਿਕਲੀ ਰਸ਼ੀਆ ਜੋ ਕਾਫੀ ਜ਼ਿਆਦਾ ਹੁਣ ਇਕੱਲਾ ਕਰ ਦਿੱਤਾ ਗਿਆ, ਅਤੇ ਇੰਡੀਆ ਨਾਲ ਟਰੇਡ ਕਰਨਾ ਉਹਨੂੰ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਚੁੱਕੀ ਹੈ, ਬਿਕੋਜ਼ ਮੋਸਟ ਆਫ ਆਇਲ ਹੈ ਜੋ ਇੰਡੀਆ ਹੀ ਉਸ ਤੋਂ ਬਾਏ ਕਰ ਰਿਹਾ। ਸੋ ਹੁਣ ਇੰਡੀਆ ਨੂੰ ਵੀ ਇੱਥੇ ਇੱਕ ਫਾਇਦਾ ਮਿਲ ਰਿਹਾ ਕਿ ਇੰਡੀਆ ਦਾ ਰੁਪੀ ਵੀ ਇੱਥੇ ਹੁਣ ਮਾਰਕੀਟ ਦੇ ਵਿੱਚ ਆਉਣਾ ਸ਼ੁਰੂ ਹੋ ਜਾਏਗਾ। ਸੋ ਨੈਕਸਟ ਟਰਮ ਦੇ ਲਈ ਵੀ ਇੰਡੀਆ ਦਾ ਰੁਪੀ ਹੈ ਜੋ ਉਹ ਵਰਤਿਆ ਜਾਏਗਾ, ਅਤੇ ਇੰਡੀਆ ਦੇ ਜੋ ਫੋਰਨ ਰਿਜ਼ਰਵਸ ਨੇਗੇ ਉਹ ਬਚੇ ਰਹਿਣਗੇ, ਜਿਹਦੇ ਵਿੱਚ ਡਾਲਰ ਯੂਜ਼ ਕੀਤਾ ਜਾਂਦਾ। ਈਸਟ ਤਿਮੋਰ ਨਾਮ ਦੀ ਕੰਟਰੀ ਹੈ ਜੋ ਉਹਨੇ ਏਸ਼ੀਆਨ ਦੇ ਲਈ ਅਪਲਾਈ ਕੀਤਾ ਹੈ। ਏਸ਼ੀਆਨ ਦਾ ਮਤਲਬ ਹੁੰਦਾ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਸ, ਇਹਦੇ ਲਈ ਅਪਲਾਈ ਕੀਤਾ ਅਤੇ ਇਹਦਾ ਇਹ ਮੈਂਬਰ ਬਣਨ ਜਾ ਰਿਹਾ ਹੈ, ਅਤੇ ਜਿਸ ਦੇ ਉੱਪਰ ਅਪਰੂਵਲ ਕਰਨ ਦੇ ਉੱਪਰ ਪ੍ਰੋਸੈਸ ਚੱਲ ਰਿਹਾ ਹੈ। ਇਹ ਤਿਮੋਰ ਹੈ ਜੋ ਯੰਗੈਸਟ ਕੰਟਰੀ ਹੈ ਸਾਊਥ ਈਸਟ ਏਸ਼ੀਆ ਦੀ, ਜਿਸ ਨੂੰ ਕਿ 2002 ਦੇ ਵਿੱਚ ਇੰਡੋਨੇਸ਼ੀਆ ਤੋਂ ਇੰਡੀਪੈਂਡੈਂਸ ਪ੍ਰਾਪਤ ਹੋਈ ਸੀ। UK ਦਾ ਪਾਰਟ ਹੈ ਜੀ ਵੈਸਟ ਮਿਡਲੈਂਡਸ। 2025 ਦੇ ਵਿੱਚ ਉਹ ਕਬੱਡੀ ਦਾ ਵਰਲਡ ਕੱਪ ਹੈ ਜੋ ਕਬੱਡੀ ਵਰਲਡ ਕੱਪ ਹੈ ਜੋ ਉੱਥੇ ਉਹ ਹੈਲਡ ਕਰੇਗਾ UK ਦਾ ਵੈਸਟ ਮਿਡਲੈਂਡ ਪਾਰਟ, ਅਤੇ ਫਸਟ ਟਾਈਮ ਹੋਏਗਾ ਕਿ ਜੀ ਇੰਡੀਆ ਤੋਂ ਆਊਟਸਾਈਡ ਕੋਈ ਕਬੱਡੀ ਵਰਲਡ ਕੱਪ ਹੈ ਉਹ ਔਰਗਨਾਈਜ਼ ਕੀਤਾ ਜਾਏਗਾ। ਸੋ ਇਟ ਇਜ਼ ਇੰਪੋਰਟੈਂਟ ਫੈਕਟਰ। PM ਮੋਦੀ ਨੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ ਦੇ ਨਾਲ G20 ਦੇ ਸਾਈਡਲਾਈਨਸ ਦੇ ਉੱਪਰ ਮੀਟਿੰਗ ਕੀਤੀ, ਅਤੇ ਉਹਦੇ ਵਿੱਚ ਕਾਫੀ ਜ਼ਿਆਦਾ ਉਹਨਾਂ ਨੇ ਜੋ ਡਿਸਕਸ਼ਨਸ ਕੀਤੀਆਂ, ਜਿਹਦੇ ਵਿੱਚ ਰਿਲੇਟਡ ਡਿਫੈਂਸ, ਸਿਵਲ ਅਤੇ ਨਿਊਕਲੀਅਰ ਐਂਡ ਟਰੇਡ ਇਨਵੈਸਟਮੈਂਟ ਬਾਰੇ ਉਹਨਾਂ ਨੇ ਗੱਲ ਕੀਤੀ ਜੀ। ਇਹ G20 ਦੀ ਸਾਈਡਲਾਈਨਸ 'ਤੇ ਇਹਨਾਂ ਦੀ ਮੁਲਾਕਾਤ ਹੋਈ ਹੈ। ਨਾਸਾ ਦਾ ਹੈਵੀਐਸਟ ਰੋਕਟ ਜਿਹਨੂੰ ਕਹਿੰਦੇ ਨੇ Artemis 1 ਉਹ ਲਾਂਚ ਕਰ ਗਿਆ, ਜੋ ਕਿ ਇੱਕ ਟੈਸਟ ਫਲਾਈਟ ਸੀ ਮੂਨ 'ਤੇ ਜਾਣ ਦੇ ਲਈ, ਅਤੇ ਕਾਫੀ ਜ਼ਿਆਦਾ ਸਕਸੈਸਫੁਲ ਇਹ ਮਿਸ਼ਨ ਰਿਹਾ ਹੈ, ਅਤੇ ਇਹਦੀ ਹੁਣ ਟਰੈਜੈਕਟਰੀ ਹੈ ਜੋ ਮੇਨ ਪਾਰਟ ਦੀ ਉਹ ਮੂਨ ਦੇ ਵੱਲ ਜਾ ਰਹੀ ਹੈ, ਅਤੇ ਅਗਰ ਇਹ ਜ਼ਿਆਦਾ ਸਕਸੈਸਫੁਲ ਰਹਿੰਦਾ ਤਾਂ ਨੈਕਸਟ ਅਟੈਂਪਟ ਦੇ ਵਿੱਚ ਨਾਸਾ 2025 ਤੱਕ ਮੂਨ ਦੇ ਉੱਪਰ ਫਿਰ ਤੋਂ ਇਨਸਾਨਾਂ ਨੂੰ ਸੈਂਡ ਕਰੇਗਾ। ਇੰਡੀਅਨ ਓਰੀਜਨ ਪੀਡੀਆਟ੍ਰੀਸ਼ਨ ਨੇਗੇ ਅੰਗਰੇਜ਼ ਖੇਲਣ, ਉਹਨਾਂ ਨੂੰ 2000 ਪ੍ਰੈਸਟੀਜੀਅਸ 2023 ਵਿਕਟੋਰੀਅਨ ਆਸਟ੍ਰੇਲੀਅਨ ਆਫ ਦਾ ਈਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਜੀ।
ਮਿਸਾਈਲ ਹਿੱਟ ਕੀਤੀ ਜੀ ਪੋਲੈਂਡ ਤੋਂ, ਜਿਸ ਦੇ ਵਿੱਚ 2 ਪੀਪਲ ਮਾਰੇ ਗਏ ਤੇ ਇਹਦੇ ਵਿੱਚ ਕਾਫੀ ਜ਼ਿਆਦਾ ਖੜਬੜੀ ਹੈ ਜੋ ਨਾਟੋ ਦੇਸ਼ਾਂ ਦੇ ਵਿੱਚ ਮੱਚ ਗਈ ਤੇ ਉਹਨਾਂ ਨੂੰ ਲੱਗ ਰਿਹਾ ਸੀ ਵੀ ਰਸ਼ੀਆ ਦੁਆਰਾ ਲਾਂਚ ਕੀਤੀ ਗਈ ਮਿਸਾਈਲ ਦੇ ਨਾਲ ਪੋਲੈਂਡ ਦੇ ਬੰਦੇ ਮਾਰੇ ਗਏ ਤੇ ਹੋ ਸਕਦਾ ਕਿ ਰਸ਼ੀਆ ਪੋਲੈਂਡ ਦੇ ਉੱਪਰ ਵੀ ਅਟੈਕ ਕਰਨਾ ਚਾਹੁੰਦਾ ਹੋਵੇ ਜਾਂ ਕਿਸ ਤਰ੍ਹਾਂ ਉਹਨੂੰ ਨਾਟੋ ਮੈਂਬਰਸ ਨੇ ਜੋ ਰਿਸਪੌਂਡ ਕਰਨਗੇ। ਸੋ ਬੇਸਿਕਲੀ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਮਿਸਾਈਲ ਰਸ਼ੀਆ ਤੋਂ ਨਹੀਂ ਆਈ ਸੀਗੀ, ਉਹ ਮਿਸਾਈਲ ਬੇਸਿਕਲੀ ਯੂਕਰੇਨ ਦੀ ਹੀ ਸੀ ਜੋ ਪੋਲੈਂਡ ਦੇ ਵਿੱਚ ਆ ਕੇ ਡਿੱਗੀ ਸੀਗੀ। ਮੈਟਾ ਫਾਊਂਡਰ ਮਾਰਕ ਜ਼ਕਰਬਰਗ ਨੇ ਅਨਾਊਂਸ ਕੀਤਾ ਕਿ ਹੁਣ ਜੋ ਵੀ ਪਰਸਨ ਚਾਹੇ ਜੋ WhatsApp ਦੇ ਉੱਪਰ ਸਮਾਲ ਬਿਜ਼ਨਸ ਹੋ ਗਏ ਜਾਂ ਬ੍ਰਾਂਡਸ ਹੋ ਗਏ ਉਹਨਾਂ ਨੂੰ ਸਰਚ ਕਰ ਪਾਏਗਾ ਤੇ ਉਹਨਾਂ ਦੇ ਬਾਰੇ ਜਾਣ ਪਾਏਗਾ। ਸੋ ਨਵਾਂ ਫੀਚਰ WhatsApp ਦੇ ਵਿੱਚ ਇਹ ਐਡ ਹੋਇਆ ਹੈ। ਇੰਡੀਆ ਦੇ ਵਿੱਚ ਜੋ ਮੈਟਾ ਦਾ ਹੈੱਡ ਹੈ ਉਹ ਸੰਧਿਆ ਦੇਵਾਨਾਥਨ ਨੂੰ ਅਪੁਆਇੰਟ ਕਰ ਦਿੱਤਾ ਗਿਆ ਹੈ। ਐਂਡ ਜੀ ਨਾਸਾ ਦਾ ਜੋ ਟੈਲੀਸਕੋਪ ਹੈ ਜੇਮਸ ਵੈਬ ਟੈਲੀਸਕੋਪ, ਉਹਨੇ ਅਰਲੀ ਗਲੈਕਸੀਜ਼ ਫਾਊਂਡ ਕੀਤੀਆਂ ਨੇ। ਅਰਲੀ ਗਲੈਕਸੀਜ਼ ਹੋ ਗਈਆਂ ਜੋ ਸ਼ੁਰੂਆਤੀ ਸਮੇਂ ਦੇ ਵਿੱਚ ਬਿਗ ਬੈਂਗ ਤੋਂ ਥੋੜ੍ਹਾ ਟਾਈਮ ਬਾਅਦ ਹੀ ਬਣੀਆਂ ਸੀ। ਇਹ ਲਗਭਗ 350 ਮਿਲੀਅਨ ਸਾਲ ਬਾਅਦ ਗਲੈਕਸੀਜ਼ ਬਣੀਆਂ ਸੀ ਜੋ ਇਹਨੇ ਫਾਊਂਡ ਕੀਤੀਆਂ ਨੇ, ਅਰਲੀ ਗਲੈਕਸੀਜ਼। ਜੇਮਸ ਵੈਬ ਟੈਲੀਸਕੋਪ ਹੈ ਜੀ ਹੁਣ ਤੱਕ ਦਾ ਸਭ ਤੋਂ ਪਾਵਰਫੁਲ ਟੈਲੀਸਕੋਪ ਬਣਿਆ ਤੇ ਬਹੁਤ ਦੂਰ ਤੱਕ ਦੀਆਂ ਪਿਕਸ ਇਹ ਲਿਆ ਕੇ ਦੇ ਰਿਹਾ ਹੈ। ਸ਼੍ਰੀਲੰਕਾ ਵਾਈਲਡ ਲਾਈਫ ਤੇ ਫੋਰੈਸਟ ਰਿਸੋਰਸ ਕੰਜ਼ਰਵੇਸ਼ਨ ਨੇ ਅਨਾਊਂਸ ਕੀਤਾ ਹੈ ਕਿ ਉਹ 2023 ਦੇ ਵਿੱਚ ਐਲੀਫੈਂਟ ਸੈਂਸਸ ਕਰਨਗੇ, ਜਿਹਦੇ ਵਿੱਚ ਉਹ ਗਿਣਤੀ ਕਰਨਗੇ ਕਿ ਉਹਨਾਂ ਦੀ ਕੰਟਰੀ ਦੇ ਵਿੱਚ ਟੋਟਲ ਐਲੀਫੈਂਟ ਕਿੰਨੇ ਪਾਏ ਜਾਂਦੇ ਨੇ ਜੀ। ਇੰਡੀਅਨ ਅਮਰੀਕਨ ਅਕੈਡਮੀਸ਼ੀਅਨ ਨੇ ਸੁਨੀਲ ਕੁਮਾਰ, ਉਹਨਾਂ ਨੂੰ ਟਫਟਸ ਯੂਨੀਵਰਸਿਟੀ ਹੈ ਜੋ ਉਹਨਾਂ ਦਾ ਨੈਕਸਟ ਪ੍ਰੈਜ਼ੀਡੈਂਟ ਅਨਾਊਂਸ ਕੀਤਾ ਗਿਆ, ਲਗਾਇਆ ਗਿਆ ਹੈ। ਸਪੋਰਟਸ ਦੇ ਵਿੱਚ ਦੇਖੀਏ ਆਪਣੇ ਲਈ ਇਸ ਵਾਰ ਕੁਝ ਖਾਸ ਨਹੀਂ ਹੈ, ਬੇਸਿਕਲੀ ਵਰਲਡ ਕੱਪ ਹੀ ਮੇਨ ਖਾਸ ਬਣਿਆ ਰਿਹਾ, ਜਿਸ ਦੇ ਵਿੱਚ ਇੰਗਲੈਂਡ ਹੈ ਜੋ ਉਸਨੇ ਪਾਕਿਸਤਾਨ ਨੂੰ ਹਰਾ ਕੇ T20 ਇੰਟਰਨੈਸ਼ਨਲ ਵਰਲਡ ਕੱਪ ਜਿੱਤ ਲਿਆ ਹੈ, ਉਸਦੇ ਉਹ ਮਾਲਕ ਬਣ ਚੁੱਕੇ ਨੇ ਜੀ। ਅਤੇ ਇਹ ਜੋ ਫਾਈਨਲ ਮੈਚ ਹੈ ਮੈਲਬੌਰਨ ਕ੍ਰਿਕਟ ਗਰਾਊਂਡ ਦੇ ਵਿੱਚ ਖੇਡਿਆ ਗਿਆ ਸੀਗਾ ਅਤੇ ਸੈਮ ਕਰਨ ਨੇ ਜੋ ਇਹਨਾਂ ਦੇ ਮੈਨ ਆਫ ਦਾ ਮੈਚ ਅਤੇ ਪਲੇਅਰ ਆਫ ਦਾ ਸੀਰੀਜ਼ ਅਵਾਰਡ ਉਹਨਾਂ ਨੂੰ ਮਿਲਿਆ ਅਤੇ ਸੈਮ ਕਰਨ ਮੈਨ ਆਫ ਦਾ ਮੈਚ ਵੀ ਰਹੇ ਨੇ ਅਤੇ ਪਲੇਅਰ ਆਫ ਦਾ ਸੀਰੀਜ਼ ਵੀ ਰਹੇ ਨੇ। ਇਸ ਤੋਂ ਇਲਾਵਾ ਮੋਸਟ ਰਨਰ ਜੋ ਇੱਥੇ ਰਹੇ ਨੇਗੇ ਵਿਰਾਟ ਕੋਹਲੀ ਨੇ, ਜਿਹਨੇ ਸਭ ਤੋਂ ਵੱਧ ਰਨ ਬਣਾਏ, ਅਤੇ ਮੋਸਟ ਵਿਕਟ ਟੇਕਰ ਨੇ ਜੋ ਉਹ ਵਨਿੰਦੂ ਹਸਰੰਗਾ ਰਹੇ ਨੇ ਸ਼੍ਰੀਲੰਕਾ ਦੇ, ਜਿਹਨੇ ਸਭ ਤੋਂ ਜ਼ਿਆਦਾ ਵਿਕਟਸ ਲੈਤੀਆਂ ਨੇਗੀਆਂ। ਸ਼੍ਰੀਲੰਕਾ 2024 ਦੇ ਵਿੱਚ ਅੰਡਰ-19 ਮੈਨਸ ਵਰਲਡ ਕੱਪ ਹੈ ਜੋ ਉਹ ਹੋਲਡ ਕਰੇਗਾ। ਮਰਸੀਡੀਜ਼ ਦੇ ਜਾਰਜ ਰਸਲ ਨੇ ਬ੍ਰਾਜ਼ੀਲੀਅਨ F1 GP 2022 ਜਿੱਤ ਲਿਆ ਹੈ। ਮਨੂ ਬਖੇਰ, ਸਿਖਾ ਨਰਵਾਲ ਅਤੇ ਈਸ਼ਾ ਸਿੰਘ ਨੇ ਜੀ 15th ਏਸ਼ੀਅਨ ਏਅਰਗਨ ਚੈਂਪੀਅਨਸ਼ਿਪ ਜੋ ਸਾਊਥ ਅਫਰੀਕਾ ਦੇ ਵਿੱਚ ਚੱਲ ਰਹੀ ਹੈ, ਉੱਥੇ ਉਹਨਾਂ ਨੇ ਗੋਲਡ ਮੈਡਲ ਹੈ ਜੋ ਉਹ ਜਿੱਤਿਆ ਹੈ। ਸੋ ਇਹ ਸਨ ਜੀ ਆਪਣੇ ਕਰੰਟ ਅਫੇਅਰਸ, ਇਹਦੇ ਨਾਲ ਹੀ ਆਪਣੇ ਇਸ ਦੇ ਵੀਕ ਦੇ ਕਵਰ ਹੋ ਜਾਂਦੇ। ਨੈਕਸਟ ਵੀਕ ਦੇ ਨਾਲ ਆਪਾਂ ਫਿਰ ਤੋਂ ਮਿਲਾਂਗੇ। ਥੈਂਕ ਯੂ।